मैं सुखविंदर सिंह फिट इंस्ट्रक्टर गौरमेंट आईटी बरनाला। ਅੱਜ ਤੁਹਾਡੇ ਕੋਲ ਇੱਕ ਨਵਾਂ ਟੌਪਿਕ ਜਿਸ ਵਿੱਚ ਆਪਾਂ ਗੱਲ ਕਰਾਂਗੇ ਸਕਰੂ ਪਿਚ ਗੇਜ ਦੀ, ਰੇਡੀਅਸ ਗੇਜ ਦੀ, ਫਿਲਰ ਗੇਜ ਦੀ, ਟੈਲੀਸਕੋਪ ਗੇਜ ਦੀ ਤੇ ਸਮਾਲ ਹੋਲ ਗੇਜ ਦੀ। ਆਪਾਂ ਜਿੰਨੇ ਵੀ ਟੌਪਿਕ ਕਰ ਰਹੇ ਹਾਂ ਸਾਰੇ ਨਿੰਮੇ ਪੈਟਰਨ ਦੇ ਉੱਪਰ ਹੀ ਕਰ ਰਹੇ ਹਾਂ। तो सब तो पहला गल करते ਆਪਾਂ ਸਕਰੂ ਪਿਚ ਗੇਜ ਕੀ ਹੁੰਦਾ। जिस तरह ਆਪਾਂ ਪਹਿਲਾਂ ਪੜ੍ਹੀਆਂ ਸੀਗਾ ਪਿਛਲੇ ਜੋ ਉਹਦੇ ਵਿੱਚ ਚੈਪਟਰ 'ਚ ਇੱਕ ਵੀਡੀਓ ਪਾਈ ਸੀ ਮੈਂ ਸਕਰੂ ਥਰੈਡਸ ਵਾਲੀ ਵੀ ਆਪਾਂ ਅੰਦਰੂਨੀ ਤੇ ਬਾਹਰੀ ਚੂੜੀਆਂ ਜਿਹੜੀਆਂ ਹੈਗੀਆਂ ਉਹ ਕੱਟ ਸਕਦੇ ਹਾਂ। ਤਾਂ ਉਹਨਾਂ ਚੂੜੀਆਂ ਨੂੰ ਸਾਈਜ਼ ਵਗੈਰਾ ਮਿਲਣ ਲਈ ਆਪਾਂ ਸਕਰੂ ਪਿਚ ਗੇਜ ਦੀ ਵਰਤੋਂ ਕਰਦੇ ਹਾਂ। ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਆਪਾਂ ਮੇਜ਼ਰਮੈਂਟ ਆਫ ਸਕਰੂ ਥਰੈਡ। ਚੂੜੀਆਂ ਕੱਟਣ ਤੋਂ ਬਾਅਦ ਉਸ ਨੂੰ ਜ਼ਰੂਰੀ ਹੀ ਹੈ ਚੈੱਕ ਕਰਨਾ ਚਾਹੀਦਾ ਹੈ। ਚੂੜੀਆਂ ਨੂੰ ਚੈੱਕ ਕਰਨ हेतु ਉਪਯੋਗ ਹੋਣ ਵਾਲਾ ਮਾਪੀ ਯੰਤਰ ਪਰਿਸ਼ੁੱਧਤਾ ਅਤੇ ਚੈੱਕ ਕਰਨ ਵਾਲੀ ਚੂੜੀ ਦੇ ਲੱਛਣ ਉੱਤੇ ਨਿਰਭਰ ਕਰਦਾ ਹੈ। ਤਾਂ ਜਿਹੜੀ ਚੂੜੀ ਆਪਾਂ ਕੱਟੀ ਆ ਉਸ ਨੂੰ ਆਪਾਂ ਚੈੱਕ ਜ਼ਰੂਰ ਕਰਨਾ ਕੱਟਣ ਤੋਂ ਬਾਅਦ। ਕੀ ਜਿਹੜੇ ਐਲੀਮੈਂਟ ਨੇ ਚੂੜੀ ਦੇ ਆਪਾਂ ਉਹ ਚੈੱਕ ਕਰ ਸਕਦੇ ਹਾਂ। ਨਿਰਮਾਣ ਕਰਨ ਦੇ ਬਾਅਦ ਚੂੜੀਆਂ ਦੇ ਹੇਠ ਲੈ ਕੇ ਮਹੱਤਵਪੂਰਨ ਤੱਤ ਜਿਹੜੇ ਜ਼ਰੂਰੀ ਨੇ ਆਪਾਂ ਉਹ ਚੈੱਕ ਕਰਨੇ ਚਾਹੀਦੇ ਹਨ। ਨੰਬਰ 1 ਤੇ ਚੂੜੀ ਦੀ ਪਿਚ ਵੀ ਪਿਚ ਕਿੰਨੀ ਆ। ਇੱਕ ਚੂੜੀ ਤੋਂ ਦੂਜੀ ਚੂੜੀ ਤੱਕ ਦਾ ਡਿਸਟੈਂਸ ਜਿਹੜਾ ਹੁੰਦਾ ਉਹ ਪਿਚ ਹੁੰਦਾ। ਪਿਚ ਆਫ ਸਕਰੂ ਥਰੈਡ ਜਿਹੜੀ ਆਪਾਂ ਚੈੱਕ ਕਰਨੀ ਆ। ਚੂੜੀ ਦਾ ਕੋਣ ਕਿੰਨਾ ਤੇ ਪ੍ਰਭਾਵੀ ਵਿਆਸ ਇਫੈਕਟਿਵ ਡਾਇਮੀਟਰ ਜਿਹੜਾ ਹੈਗਾ ਚੂੜੀ ਦਾ ਉਹ ਕਿੰਨਾ। ਇਫੈਕਟਿਵ ਡਾਇਮੀਟਰ ਆਮ ਤੌਰ ਤੇ ਆਪਣਾ ਮੇਜਰ ਡਾਇਮੀਟਰ ਹੀ ਹੁੰਦਾ ਹੈ। ਮੇਜਰ ਡਾਇਮੀਟਰ ਨੂੰ ਹੀ ਇਫੈਕਟਿਵ ਡਾਇਮੀਟਰ ਕਹਿੰਦੇ ਆ ਕਿਉਂਕਿ ਉਹੀ ਕੰਮ ਕਰਦਾ। ਤਾਂ ਇਫੈਕਟਿਵ ਡਾਇਮੀਟਰ ਦਾ ਆਪਾਂ ਵਰਨੀਅਰ ਕੈਲੀਪਰ ਜਾਂ ਮਾਈਕਰੋਮੀਟਰ ਦੀ ਮਦਦ ਨਾਲ ਚੈੱਕ ਕਰ ਸਕਦੇ ਹਾਂ। ਐਂਗਲ ਆਪਾਂ ਐਂਗਲ ਗੇਜ ਦੀ ਮਦਦ ਨਾਲ ਕੰਮ ਚੈੱਕ ਕਰ ਸਕਦੇ ਹਾਂ। ਤੇ ਜਿਹੜੀ ਚੂੜੀ ਦੀ ਪਿਚ ਹੈ ਉਹ ਆਪਾਂ ਚੈੱਕ ਕਰ ਸਕਦੇ ਹਾਂ ਸਕਰੂ ਪਿਚ ਗੇਜ ਨਾਲ। ਆਪਣੇ ਕੋਲ ਸਿਰਫ ਅੱਜ ਦਾ ਟੌਪਿਕ ਹੈ ਸਕਰੂ ਪਿਚ ਗੇਜ। ਸਕਰੂ ਪਿਚ ਗੇਜ ਹੁੰਦਾ ਕੀ ਹੈ? ਜੇਕਰ ਤੁਸੀਂ ਸਾਰਿਆਂ ਨੇ ਦੇਖਿਆ ਤਾਂ ਇਸ ਤਰ੍ਹਾਂ ਦਾ ਸਕਰੂ ਪਿਚ ਗੇਜ ਜਿਹੜਾ ਹੈਗਾ ਉਹ ਬਣਿਆ ਹੁੰਦਾ। ਸਕਰੂ ਪਿਚ ਗੇਜ ਇੱਕ ਇਸ ਤਰ੍ਹਾਂ ਦਾ ਮਾਪੀ ਯੰਤਰ ਹੈ ਜੋ ਬਲੇਡ ਦੇ ਉੱਪਰ ਚੂੜੀ ਅੰਤਗਲ ਅੰਕਰਿਤ ਹੁੰਦੇ ਹਨ। ਉਸ ਨਿਰਧਾਰਤ ਸਾਈਜ਼ ਵਿੱਚ ਹੀ ਉਸ ਚੂੜੀ ਅੰਤਰਾਲ ਦੀ ਜਾਂਚ ਕੀਤੀ ਜਾਂਦੀ ਹੈ। ਮਤਲਬ ਇਸ ਤਰ੍ਹਾਂ ਸਕਰੂ ਪਿਚ ਗੇਜ ਹੈ ਜਿਵੇਂ ਸਾਈਜ਼ ਲਿਖਿਆ ਹੋਇਆ 0.35 mm ਤੋਂ ਲੈ ਕੇ 5 mm ਤੱਕ ਦਾ ਅਲੱਗ-ਅਲੱਗ ਸਾਈਜ਼ ਦੇ ਜਿਹੜੇ ਹੈਗੇ ਉਹ ਸਕਰੂ ਪਿਚ ਗੇਜ ਹੁੰਦੇ ਆ। ਤੇ ਇਸ ਤਰ੍ਹਾਂ ਚੂੜੀਆਂ ਬਣੀਆਂ ਹੁੰਦੀਆਂ ਨੇ। ਹਰੇਕ ਦੇ ਉੱਪਰ ਸਾਈਜ਼ ਲਿਖਿਆ ਜਿਵੇਂ 2 mm ਹੈ, ਇਹ 2.5 mm, 3 mm, 3.5 mm, 4 mm, 5 mm, ਇਹ mm ਦੇ ਵਿੱਚ। ਤਾਂ ਇਹ ਆਪਾਂ ਇਹਨੂੰ ਫਿੱਟ ਕਰਕੇ ਕਿਸ ਤਰ੍ਹਾਂ ਫਿੱਟ ਕਰਨਾ ਇਸ ਤਰ੍ਹਾਂ ਇਹ ਤੁਸੀਂ ਦੇਖ ਰਹੇ ਹੋ। ਇਹ ਸਕਰੂ ਪਿਚ ਗੇਜ ਆਪਾਂ ਨਟ ਬੋਲਟ ਦੇ ਉੱਪਰ ਪੂਰੀ ਤਰ੍ਹਾਂ ਦੇਖੋ ਆਪਣਾ ਫਿੱਟ ਹੋ ਗਿਆ। ਤਾਂ ਇੱਥੋਂ ਆਪਾਂ ਕੀ ਕਰਾਂਗੇ ਇਸ ਦਾ ਸਾਈਜ਼ ਦੇਖ ਲਾਂਗੇ ਵੀ ਕਿੰਨਾ ਸਾਈਜ਼ ਲਿਖਿਆ ਹੋਇਆ। ਜਿਵੇਂ ਇਹ ਸਪੋਜ਼ ਹੈਗਾ 5 mm ਦਾ ਤਾਂ ਚੂੜੀ ਦੀ ਪਿਚ ਕਿੰਨੀ ਹੈਗੀ 5 mm। ਇਹ ਤੋਂ ਕਲੀਅਰ ਹੋ ਜਾਊਗਾ। ਇਹ ਵੀ ਇੱਕ ਮੈਂ ਜਿਹੜੀ ਹੈਗਾ ਇਮੇਜ ਲਈ ਹੋਈ ਹੈ ਜਿਸ ਤੇ ਆਪਾਂ ਚੈੱਕ ਕਰ ਸਕਦੇ ਹਾਂ। BSW ਦੀ ਹੈ ਉਹ ਆਪਾਂ ਅੱਗੇ ਡਿਸਕਸ ਕਰਦੇ ਹਾਂ ਵੀ ਸਕਰੂ ਪਿਚ ਗੇਜ ਕਿੰਨੇ ਪ੍ਰਕਾਰ ਦੇ ਹੁੰਦੇ ਨੇ। ਇਹ ਹੈਗਾ ਤੁਹਾਡੀ ਇੰਟਰਨਲ ਚੂੜੀ ਚੈੱਕ ਕਰਨ ਦੇ ਲਈ ਜਿਹੜੀ ਨਟ ਦੇ ਵਿੱਚ ਪਈ ਹੋਈ ਹੈ। ਇਸ ਤਰ੍ਹਾਂ ਤੁਸੀਂ ਇੰਟਰਨਲ ਚੂੜੀ ਚੈੱਕ ਕਰਦੇ ਹੋ। ਇੱਕ ਗੱਲ ਦਾ ਧਿਆਨ ਰੱਖਿਆ ਜਾਵੇ ਵੀ ਪੂਰਾ ਮੈਚ ਹੋਣਾ ਚਾਹੀਦਾ ਜਿਹੜਾ ਸਕਰੂ ਪਿਚ ਗੇਜ ਤੁਹਾਡੀ ਚੂੜੀ ਦੇ ਨਾਲ, ਵਿੱਚੋਂ ਦੀ ਲਾਈਟ ਨਹੀਂ ਆਉਣੀ ਚਾਹੀਦੀ। ਫਿਰ ਉਸ ਤੋਂ ਬਾਅਦ ਜਿਹੜਾ ਤੁਸੀਂ ਉਸ ਦੇ ਸਾਈਜ਼ ਦੇਖ ਲੈਣਾ ਹੈ ਵੀ ਇਹਦੇ ਉੱਪਰ ਜਿਹੜਾ ਸਾਈਜ਼ ਲਿਖਿਆ ਹੋਇਆ ਵੀ ਉਹ ਕਿੰਨੀ ਸਾਈਜ਼ ਦੀ ਜਾਂ ਕਿੰਨੀ ਪਿਚ ਦੀ ਚੂੜੀ। ਹੁਣ ਸਕਰੂ ਪਿਚ ਗੇਜ ਦੋ ਤਰ੍ਹਾਂ ਦੇ ਹੁੰਦੇ ਹਨ। ਇੱਕ ਹੁੰਦਾ BSW ਬ੍ਰਿਟਿਸ਼ ਸਟੈਂਡਰਡ ਵਿਟਵਰਥ। ਬ੍ਰਿਟਿਸ਼ ਸਟੈਂਡਰਡ ਵਿਟਵਰਥ ਸਕਰੂ ਪਿਚ ਗੇਜ ਜਿਸ ਦਾ ਥ੍ਰੈਡ ਕੋਣ ਕਿੰਨਾ ਹੁੰਦਾ 55 ਡਿਗਰੀ ਦਾ ਹੁੰਦਾ ਹੈ ਅਤੇ ਇਸ ਦੇ ਅੰਦਰ 30 ਪੱਤੀਆਂ ਲੱਗੀਆਂ ਹੁੰਦੀਆਂ ਹਨ। ਜਿਹੜੀਆਂ ਇਹ ਵਾਲੀਆਂ ਪੱਤੀਆਂ ਸੀਗੀਆਂ ਆਹ ਵਾਲੀਆਂ ਇਹ 30 ਹੁੰਦੀਆਂ ਦੋਨੇ ਪਾਸਿਓਂ। ਕੁੱਲ ਗਿਣਤੀ ਕਿੰਨੀ ਹੁੰਦੀ ਹੈ 30 ਪੱਤੀਆਂ ਲੱਗੀਆਂ ਹੁੰਦੀਆਂ ਹਨ। BSW ਸਕਰੂ ਪਿਚ ਗੇਜ ਸਿਰਫ TPI ਥ੍ਰੈਡ ਪਰ ਇੰਚ ਕੱਢਣ ਲਈ ਹੀ ਵਰਤਿਆ ਜਾਂਦਾ ਹੈ। ਇਸ ਵਿੱਚ 4 ਤੋਂ 42 TPI ਥ੍ਰੈਡ ਪਰ ਇੰਚ ਮਾਪ ਸਕਦੇ ਹਾਂ। ਥ੍ਰੈਡ ਪਰ ਇੰਚ ਇਸ ਦੇ ਵਿੱਚ ਆਪਾਂ ਨੂੰ ਚੂੜੀ ਦਾ ਸਾਈਜ਼ ਨਹੀਂ ਦੱਸਦਾ ਹੈਗਾ, ਸਿਰਫ ਕੀ ਦੱਸਦਾ ਵੀ 1 ਇੰਚ ਦੇ ਵਿੱਚ ਕਿੰਨੀਆਂ ਚੂੜੀਆਂ ਕੱਟੀਆਂ ਹੋਈਆਂ ਹਨ। ਜਿਵੇਂ ਮੰਨ ਲਓ 10 ਚੂੜੀਆਂ ਨੇ, ਇਹਦੀ 10 ਵੈਲਿਊ ਆ ਗਈ। ਜਿਵੇਂ ਇੱਥੇ ਆਪਾਂ ਚੈੱਕ ਕਰ ਰਹੇ ਹਾਂ, ਦੇਖੋ ਇੱਥੇ ਕੀ ਨੇ ਦੱਸਿਆ ਵੀ ਇਹ BSW ਸਕਰੂ ਪਿਚ ਗੇਜ ਹੈ, ਠੀਕ ਹੈ। ਇਹ ਲਿਖ ਰਿਹਾ ਵੀ 10 ਥ੍ਰੈਡਸ ਟੂ 1 ਇੰਚ ਵੀ ਜਿਹੜੀਆਂ ਇਹ ਚੂੜੀਆਂ ਨੇ 1 ਇੰਚ ਦੇ ਵਿੱਚ 10 ਚੂੜੀਆਂ ਕੱਟੀਆਂ ਹੋਈਆਂ। ਤਾਂ ਇਹ ਕੀ ਦੱਸਦਾ ਗਾ
TPI ਵੀ ਕਿੰਨੇ ਥਰੈਡ 1 ਇੰਚ ਦੇ ਵਿੱਚ ਕੱਟੇ ਹੋਏ ਹਨ, ਨਾ ਕਿ ਚੂੜੀ ਦਾ ਸਾਈਜ਼ ਦੱਸਦਾ, ਸਿਰਫ ਦੱਸਦਾ ਵੀ ਕਿੰਨੀਆਂ ਚੂੜੀਆਂ ਜਿਹੜੀਆਂ 1 ਇੰਚ 'ਚ ਕੱਟੀਆਂ ਹੋਈਆਂ ਹਨ। ਦੂਸਰਾ ਇਹਦਾ ਮੈਟ੍ਰਿਕ ਸਕਰੂ ਪਿਚ ਗੇਜ। ਇਸ ਵਿੱਚ ਥਰੈਡ ਕੋਣ 60 ਡਿਗਰੀ ਦਾ ਹੁੰਦਾ ਹੈ, ਕਿਉਂਕਿ ਆਪਾਂ ਨੂੰ ਪਤਾ ਹੀ ਹੈ ਮੈਟ੍ਰਿਕ ਐਂਗਲ ਜਿਹੜਾ 60 ਡਿਗਰੀ ਦਾ ਹੁੰਦਾ। ਆਪਾਂ ਪਹਿਲਾਂ ਜਿਹੜਾ ਵੀਡੀਓ ਸੀਗੀ ਸਕਰੂ ਥਰੈਡ ਵਾਲੀ, ਉਹਦੇ ਵਿੱਚ ਆਪਾਂ ਇਹ ਕਵਰ ਕੀਤਾ ਸੀ। ਸਕਰੂ ਪਿਚ ਗੇਜ ਵਿੱਚ ਜਿਸ ਦਾ ਥਰੈਡ ਕੋਣ 60 ਦਾ ਹੁੰਦਾ ਹੈ, ਇਸ ਦੇ ਅੰਦਰ 24 ਪੱਤੀਆਂ ਲੱਗੀਆਂ ਹੁੰਦੀਆਂ ਹਨ। ਮੈਟ੍ਰਿਕ ਸਕਰੂ ਪਿਚ ਗੇਜ ਦੁਆਰਾ ਥਰੈਡ ਦੀ ਪਿਚ ਮਿਣੀ ਜਾ ਸਕਦੀ ਹੈ। ਇਸ 'ਚ ਆਪਾਂ ਕੀ ਮਿਣਦੇ ਹਾਂ? ਪਿਚ। ਇਸ ਗੇਜ ਦੁਆਰਾ 0.25 mm ਤੋਂ 6 mm ਤੱਕ ਦੀ ਜਿਹੜੀ ਪਿਚ ਹੈ ਉਹ ਆਪਾਂ ਮਿਣ ਸਕਦੇ ਹਾਂ। ਠੀਕ ਹੈ, ਇਸ ਦੇ ਵਿੱਚ ਆਪਾਂ ਥਰੈਡ ਪਰ ਇੰਚ ਮਿਣਦੇ ਸੀ, ਇਸ ਵਿੱਚ ਆਪਾਂ ਉਹਦੀ ਪਿਚ ਮਿਣਦੇ ਹਾਂ। ਪਿਚ ਕਿੰਨੇ mm ਦੀ ਹੈ? 2 mm ਦੀ ਹੈ, 3 mm ਦੀ ਹੈ, 4 mm ਦੀ ਹੈ। ਇਹ 0.25 ਤੋਂ ਲੈ ਕੇ 6 mm ਤੱਕ ਜਿਹੜੀ ਪਿਚ ਆ ਆਪਾਂ ਉਹ ਸਕਰੂ ਪਿਚ ਮੈਟ੍ਰਿਕ ਸਕਰੂ ਪਿਚ ਗੇਜ ਨਾਲ ਮਿਣ ਸਕਦੇ ਹਾਂ। ਹੁਣ ਅਗਰ ਨੋਟ ਕਰਿਓ BSW ਜਿਹੜਾ ਥਰੈਡ ਸੀ ਆਪਣਾ ਇਹ ਵਾਲਾ ਬ੍ਰਿਟਿਸ਼ ਸਟੈਂਡਰਡ ਵਿਟਵਰਥ ਪਿਚ ਗੇਜ TPI ਥਰੈਡ ਨੂੰ ਪਿਚ ਵਿੱਚ ਬਦਲਣਾ ਹੋਵੇ ਤਾਂ 25.4 ਨੂੰ TPI ਨੰਬਰ ਤੇ ਤਕਸੀਮ ਕਰ ਦਿੰਦੇ ਆ, ਮਤਲਬ ਵੰਡ ਦਿੰਦੇ ਆ। ਇੱਕ ਗੱਲ ਤੁਹਾਨੂੰ ਦੱਸ ਦਵਾਂ, ਇਹ ਬ੍ਰਿਟਿਸ਼ ਸਟੈਂਡਰਡ ਹੈ, ਇਹ ਅਮਰੀਕਨ ਸਟੈਂਡਰਡ ਹੈ। ਇਹਨਾਂ ਦਾ ਆਪਸ ਵਿੱਚ ਕੋਈ ਕੰਸਰਟ ਨਹੀਂ ਹੈਗਾ। ਇਹ ਇੰਚਾਂ ਦੇ ਵਿੱਚ ਹੁੰਦਾ, ਇਹ MM ਦੇ ਵਿੱਚ ਹੁੰਦਾ ਮੈਟ੍ਰਿਕ, ਬਟ ਫਿਰ ਵੀ ਇੱਕ ਰਿਲੇਸ਼ਨ ਬਣਾਇਆ ਜਾਂਦਾ। ਠੀਕ ਹੈ, ਕਿਉਂਕਿ ਆਪਾਂ ਨੂੰ ਪਤਾ ਵੀ 1 ਇੰਚ ਦੇ ਵਿੱਚ 25.4 mm ਹੁੰਦੇ ਨੇ, ਤਾਂ ਉਸ ਨੂੰ BSW ਨੂੰ ਦੀ TPI ਨੂੰ ਅਗਰ ਆਪਾਂ ਪਿਚ ਵਿੱਚ ਬਦਲਣਾ ਹੋਵੇ, MM ਵਿੱਚ ਬਦਲਣਾ ਹੋਵੇ, ਤਾਂ ਉਸ 25.4 ਨੂੰ ਆਪਾਂ TPI ਤੇ ਤਕਸੀਮ ਕਰ ਦਾਂਗੇ। ਜੇ 12 TPI ਹੈ, ਥਰੈਡ ਪਰ ਇੰਚ ਆਈ ਪਿਆ, ਤਾਂ ਇਹਨੂੰ ਵੰਡਾਂਗੇ ਆਪਾਂ 12 ਤੇ ਵੰਡ ਦਾਂਗੇ। ਠੀਕ ਹੈ, ਜਿੰਨਾ ਵੀ ਆ ਜਾਊਗਾ ਉਹ ਆਪਣੀ ਪਿਚ ਹੋਗੀ, ਜੋ ਕਿ 2 ਪੁਆਇੰਟ ਸਮਥਿੰਗ ਹੋਣੀ ਹੈ। ਇਹ ਜਿਹੜਾ ਹੈਗਾ BSW ਸਕਰੂ ਪਿਚ ਗੇਜ ਆ, ਤੁਸੀਂ ਇੱਥੇ ਦੇਖ ਸਕਦੇ ਹੋ ਇਸ ਦੇ ਉੱਪਰ ਲਿਖਿਆ ਹੋਇਆ ਵਿਟਵਰਥ 55 ਡਿਗਰੀ, ਤਾਂ ਇਹ ਕਿਹੜਾ ਹੈਗਾ BSW। ਜਾਂ ਐਵੇਂ 4 ਤੋਂ 42 TPI ਥਰੈਡ ਪਰ ਇੰਚ, ਇਹ ਵੀ ਕਿਹੜਾ BSW ਸਕਰੂ ਪਿਚ ਗੇਜ। ਇਹ 'ਚ 30 ਪੱਤੀਆਂ ਹੁੰਦੀਆਂ ਨੇ, ਜੇ ਗਿਣੋ ਤੁਸੀਂ 1 2 3 4, ਇਹ ਸਾਰੀਆਂ ਦੀ ਗਿਣਤੀ ਕਿੰਨੀ ਹੈ? 30 ਹੁੰਦੀ ਹੈ। ਇਹ 4 ਤੋਂ ਲੈ ਕੇ 42 ਹੈ ਤੱਕ TPI ਮਿਲ ਸਕਦਾ। ਜਿਸ ਤਰ੍ਹਾਂ ਆਪਾਂ ਨੇ ਪਹਿਲੀ ਵਾਲੇ ਇੱਥੇ ਦੇਖਿਆ ਸੀ, ਮੰਨ ਲਓ ਇੱਥੇ ਕਿੰਨਾ ਆ ਰਿਹਾ ਸੀ? ਇਹ 10 ਨੰਬਰ ਦੀ ਜਿਹੜੀ ਆ ਉਹ ਆਪਣਾ ਪੱਤੀ ਆ ਉਹ ਮੈਚ ਕਰ ਗਈ, ਤਾਂ ਇਹਦਾ ਮਤਲਬ ਕੀ ਬਣ ਗਿਆ ਵੀ TPI ਕਿੰਨੀ ਹੈਗੀ? 10। ਵੀ 10 ਥਰੈਡ ਨੇ, 10 ਚੂੜੀਆਂ ਨੇ 1 ਇੰਚ ਦੇ ਵਿੱਚ। ਠੀਕ ਹੈ ਜੀ, ਇਹ ਆਪਾਂ 4 ਤੋਂ 42 ਤੱਕ ਦੇਖ ਸਕਦੇ ਹਾਂ। ਹਰ ਇੱਕ ਦਾ ਸਾਈਜ਼ ਲਿਖਿਆ, ਜਿਵੇਂ 42 40 38 36 34, ਇੱਧਰੋਂ 15, ਠੀਕ ਹੈ 16 15 14 13 12, ਐਵੇਂ ਕੱਟ ਕੇ ਇਹ ਜਿਹੜੀ 4 ਤੱਕ ਆ ਜਾਂਦੀ ਹੈ। ਠੀਕ ਹੈ, ਦੂਸਰਾ ਆ ਜਾਂਦਾ ਤੁਹਾਡਾ ਮੈਟ੍ਰਿਕ ਸਕਰੂ ਪਿਚ ਗੇਜ। ਇੱਥੇ ਦੇਖ ਸਕਦੇ ਤੁਸੀਂ ਲਿਖਿਆ ਹੋਇਆ ਮੈਟ੍ਰਿਕ 60 ਡਿਗਰੀ, ਤਾਂ ਇਹ ਕਿਹੜਾ ਸਕਰੂ ਪਿਚ ਗੇਜ ਹੈ? ਮੈਟ੍ਰਿਕ ਸਕਰੂ ਪਿਚ ਗੇਜ। ਤੇ ਇਸ ਤੇ ਇਹ ਵੀ ਲਿਖਿਆ ਹੋ ਸਕਦਾ 0.25 mm ਤੋਂ 6 mm। ਤੇ ਇੱਕ ਗੱਲ ਯਾਦ ਰੱਖਣਾ, ਮੈਟ੍ਰਿਕ ਦਾ ਐਂਗਲ 60 ਡਿਗਰੀ ਅਤੇ ਕਿੱਥੇ ਤੱਕ ਮਿਲ ਸਕਦਾ ਉਹ? 0.25 mm ਤੋਂ ਲੈ ਕੇ 6 mm ਤੱਕ। ਸਪੋਜ਼ ਆਪਣੀ ਇਹ ਵਾਲੀ ਪੱਤੀ ਜਿਹੜੀ ਉਹ ਮੈਚ ਕਰ ਗਈ ਸਕਰੂ ਥਰੈਡ ਦੇ ਨਾਲ, ਤਾਂ 5.0 ਸਾਈ ਆ, ਤਾਂ ਕੀ ਹੈ 5 ਜਿਹੜੀ ਉਹਦੀ ਪਿਚ ਹੈਗੀ ਉਹ ਕਿੰਨੀ ਹੈਗੀ? 5 mm। ਠੀਕ ਹੈ, ਇੱਥੋਂ ਪਿਚ ਕੱਢ ਸਕਦੇ। ਅਗਰ ਇਹ ਵਾਲੀ ਪੱਤੀ ਮੈਚ ਕਰ ਗਈ ਤਾਂ 0.25 mm ਦੀ ਉਹਦੀ ਪਿਚ ਹੈਗੀ। ਇਹ ਫਿਰ ਮੈਂ ਦੁਬਾਰੇ ਦੱਸ ਰਿਹਾ, BSW ਕੀ ਦੱਸਦਾ ਗਾ? ਸਿਰਫ ਥਰੈਡ ਪਰ ਇੰਚ, ਵੀ 1 ਇੰਚ ਦੇ ਵਿੱਚ ਕਿੰਨੇ ਥਰੈਡ ਨੇ। ਤੇ ਮੈਟ੍ਰਿਕ ਸਕਰੂ ਪਿਚ ਗੇਜ ਕੀ ਦੱਸਦਾ ਗਾ? ਵੀ ਜਿਹੜੀ ਪਿਚ ਹੈਗੀ ਉਹ ਕਿੰਨੇ MM ਦੀ ਹੈ, ਸਾਈ ਕਿੰਨਾ mm। ਜੇਕਰ ਆਪਾਂ ਥਰੈਡ ਪਰ ਇੰਚ ਨੂੰ MM ਵਿੱਚ ਬਦਲਣਾ, ਪਿਚ 'ਚ ਬਦਲਣਾ, ਤਾਂ ਜਿੰਨੇ ਆਪਣਾ ਤੁਹਾਡਾ TPI ਨੰਬਰ ਆਊਗਾ, ਜਿਵੇਂ 10 ਆ ਗਿਆ, ਤਾਂ ਉਹਨੂੰ 25.4 ਨੂੰ 10 ਤੇ ਵੰਡ ਦਾਂਗੇ, ਤਾਂ 2.54 ਦੀ ਜਿਹੜੀ ਹੈਗੀ ਆ ਉਹ ਪਿਚ ਆ ਜਾਵੇਗੀ। ਸਕਰੂ ਪਿਚ ਗੇਜ ਦੀ ਵਰਤੋਂ। ਸਕਰੂ ਪਿਚ ਗੇਜ ਦੀ ਵਰਤੋਂ ਕਿਸੇ ਚੂੜੀ ਦਾ ਅੰਤਰਾਲ ਗਿਆਤ ਕਰਨ ਦੇ ਲਈ ਕੀਤਾ ਜਾਂਦਾ ਹੈ। ਅੰਤਰਾਲ ਮਤਲਬ ਉਸ ਤੇ ਚੂੜੀ ਤੋਂ ਚੂੜੀ ਦਾ ਡਿਫਰੈਂਸ, ਮਤਲਬ ਉਸ ਦਾ ਪਿਚ ਸਾਈਜ਼ ਵਰਤਣ ਲਈ, ਮੇਜ਼ਰ ਕਰਨ ਲਈ ਕੀਤਾ ਜਾਂਦਾ ਹੈ। ਦੂਜਾ, ਇਸ ਦੀ ਵਰਤੋਂ ਚੂੜੀ ਦੀ ਰੂਪ ਰੇਖਾ ਦੀ ਜਾਂਚ ਕਰਨ ਲਈ ਕੀਤੀ ਜਾਂਦੀ ਹੈ, ਮਤਲਬ ਉਸ ਦੀ ਆਊਟਿੰਗ ਲਾਈਨ ਦੀ ਜਾਂਚ ਕਰਨ ਲਈ ਕੀਤੀ ਜਾਂਦੀ ਵੀ ਇਹਦੀ ਆਊਟਲਾਈਨ ਜਿਹੜੀ ਉਹ ਬਿਲਕੁਲ ਸਹੀ ਹੈ, ਖਰਾਬ ਤਾਂ ਨਹੀਂ ਹੋਈ ਹੋਈ, ਚੂੜੀ ਖਰਾਬ ਤਾਂ ਨਹੀਂ ਹੋਈ ਹੋਈ, ਚੂੜੀ ਸਹੀ ਹੈ ਬਿਲਕੁਲ।
ਉਹ ਵੀ ਆਪਾਂ ਚੈੱਕ ਕਰ ਸਕਦੇ ਹਾਂ। ਦੂਜੀ ਆਪਾਂ ਥਰੈਡ ਪਰ ਇਨਸਾਈਡ ਉਹ ਵੀ ਕੱਢ ਸਕਦੇ ਹਾਂ। ਜੋ ਮੇਨ ਇਸ ਦੇ ਵਿੱਚ ਇੱਕ ਹੋਰ ਚੀਜ਼ ਆ, ਮਟੀਰੀਅਲ ਕਿਹੜਾ ਹੁੰਦਾ ਇਹਦਾ। ਸਕਰੂ ਪਿਚ ਗੇਜ ਟੈਂਪਰਡ ਸਟੀਲ ਦੀ ਚਾਦਰ ਨਾਲ ਸਟੇਨਲੈਸ ਸਟੀਲ ਦੀ ਚਾਦਰ ਨਾਲ ਬਣਾ ਕੇ ਕਠੋਰ ਕੀਤਾ ਜਾਂਦਾ ਹੈ। ਇਹ ਸਪਰਿੰਗ ਲਿਖਿਆ ਗਿਆ ਹੋਇਆ, ਸਟੇਨਲੈਸ ਸਟੀਲ ਹੈ, ਸਪਰਿੰਗ ਨਹੀਂ ਲਿਖਣਾ। ਸਟੇਨਲੈਸ ਸਟੀਲ ਦੀ ਜਿਹੜੀ ਚਾਦਰ ਆ ਉਸ ਤੋਂ ਬਾਅਦ ਉਸ ਨੂੰ ਕਠੋਰ ਕਰਦੇ ਆ, ਹਾਰਡ ਕਰਦੇ ਆ, ਉਹਦੇ ਨਾਲ ਬਣਾਇਆ ਜਾਂਦਾ ਹੈ। ਸਟੇਨਲੈਸ ਹਾਰਡ ਸਟੇਨਲੈਸ ਸਟੀਲ ਤੁਸੀਂ ਕਹਿ ਸਕਦੇ ਹੋ, ਹਾਰਡ ਸਟੇਨਲੈਸ ਸਟੀਲ ਜਿਹੜਾ ਦਾ ਮਟੀਰੀਅਲ ਹੁੰਦਾ। ਉਸ ਤੋਂ ਬਾਅਦ ਆਪਣਾ ਟੌਪਿਕ ਆ ਜਾਂਦਾ ਜੀ ਰੇਡੀਅਸ ਗੇਜ। ਰੇਡੀਅਸ ਗੇਜ ਦਾ ਹੁੰਦਾ ਕਿਸੇ ਚੀਜ਼ ਦਾ ਰੇਡੀਅਸ ਮਿਲਣਾ। ਹੁਣ ਤੁਸੀਂ ਆਮ ਤੌਰ ਤੇ ਦੇਖਦੇ ਹੋ ਕਿੰਨੀਆਂ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਕੋਈ ਇੱਕ ਚੌਪ ਬਣੀ ਹੋਈ ਹੈ। ਮੰਨ ਲਓ ਕੋਈ ਇੰਜਨ ਲਾ ਲਓ, ਇੰਜਨ ਦਾ ਬਹੁਤ ਵੱਡਾ ਪਾਰਟ ਆ ਗਿਆ, ਕੋਈ ਛੋਟੀ ਚੀਜ਼ ਲਾ ਲਓ, ਠੀਕ ਹੈ, ਜਾਂ ਕੋਈ ਮੋਟਰ ਦਾ ਇੱਕ ਪਾਰਟ ਲਾ ਲਓ, ਜਾਂ ਸਾਈਕਲ ਦਾ ਥੋੜੇ ਬਹੁਤ ਪਾਰਟ ਲਾ ਲਓ। ਕਿੰਨੀਆਂ ਜਗ੍ਹਾ ਗਲਾਈ ਹੁੰਦੀ ਹੈ ਉਸ ਦੇ ਵਿੱਚ। ਉਹ ਆਪਾਂ ਨੇ ਰੇਡੀਅਸ ਮੇਜ਼ਰ ਕਰਨਾ ਹੋਵੇ ਉਹ ਚੀਜ਼ਾਂ ਦਾ, ਤਾਂ ਉਹ ਆਪਾਂ ਕਰ ਸਕਦੇ ਹਾਂ ਰੇਡੀਅਸ ਗੇਜ ਦੀ ਮਦਦ ਨਾਲ। ਜਿਹੜਾ ਰੇਡੀਅਸ ਗੇਜ ਦਾ ਮੈਟਲ ਹੁੰਦਾ ਤਾਂ ਕਾਹਦਾ ਬਣਿਆ ਹੁੰਦਾ। ਰੇਡੀਅਸ ਗੇਜ ਪਹਿਲਾਂ ਉੱਚ ਕਿਸਮ ਦੇ ਇਸਪਾਤ ਦੇ ਬਣੇ ਹੁੰਦੇ ਹਨ, ਮਤਲਬ ਸਟੇਨਲੈਸ ਸਟੀਲ ਦੇ ਬਣੇ ਹੁੰਦੇ ਹਨ, ਠੀਕ ਹੈ ਜੀ। ਰੇਡੀਅਸ ਗੇਜ ਕਾਹਦੇ ਬਣੇ ਹੁੰਦੇ ਨੇ, ਸਟੇਨਲੈਸ ਸਟੀਲ ਦੇ, ਠੀਕ ਹੈ। ਉਸੇ ਤਰ੍ਹਾਂ ਹੀ ਹੁੰਦੇ ਨੇ ਵੀ ਇਹ ਸਾਰੀਆਂ ਪੱਤੀਆਂ ਨੇ ਇਹਦੇ ਵਿੱਚ ਐਂਟਰ ਕਰ ਜਾਣਗੀਆਂ। ਇੱਕ ਜਿਹੜਾ ਇਹ ਵਾਲਾ ਪਾਸਾ ਦੇਖੋ ਬਾਹਰ ਨੂੰ ਗਲਾਈ ਹੈ, ਇਹ ਅੰਦਰੂਨੀ ਰੇਡੀਅਸ ਚੈੱਕ ਕਰਨ ਨੂੰ। ਜਿਹੜਾ ਇਹ ਵਾਲਾ ਗਲਾਈ ਹੈਗੀ ਇਹ ਆਊਟਰ ਰੇਡੀਅਸ ਚੈੱਕ ਕਰਨ ਨੂੰ। ਹੁਣ ਆਪਾਂ ਦੇਖਦੇ ਹਾਂ ਚੈੱਕ ਕਿਵੇਂ ਕਰਦੇ ਆ ਰੇਡੀਅਸ ਗੇਜ ਨਾਲ। ਪਹਿਲਾਂ ਆਪਾਂ ਰੇਡੀਅਸ ਗੇਜ ਬਾਰੇ ਪੜ੍ਹਦੇ ਹਾਂ ਵੀ ਰੇਡੀਅਸ ਗੇਜ ਹੁੰਦਾ ਕੀ ਆ। ਇੱਕ ਰੇਡੀਅਸ ਗੇਜ ਦੇ ਸੈੱਟ ਵਿੱਚ ਪਿੰਨ ਸਾਈਜ਼ ਦੇ ਰੇਡੀਅਸ ਦੇ ਬਲੇਡਾਂ ਨੂੰ ਇੱਕ ਹੋਲਡਰ ਵਿੱਚ ਫਿੱਟ ਕੀਤਾ ਜਾਂਦਾ ਹੈ। ਪ੍ਰਯੋਗ ਕਰਦੇ ਸਮੇਂ ਰੇਡੀਅਸ ਦੇ ਸਾਈਜ਼ ਅਨੁਸਾਰ ਬਲੇਡ ਨੂੰ ਪ੍ਰਯੋਗ ਕੀਤਾ ਜਾਂਦਾ ਹੈ, ਜੋ ਆਸਾਨੀ ਨਾਲ ਹੋਲਡਰ ਵਿੱਚ ਫਿੱਟ ਰਹਿੰਦੇ ਹੋਏ ਕੰਮ ਕਰਦਾ ਹੈ। ਰੇਡੀਅਸ ਗੇਜ ਦੇ ਪ੍ਰਤੀਕ ਬਲੇਡ ਉੱਤੇ ਰੇਡੀਅਸ ਦਾ ਸਾਈਜ਼ ਲਿਖਿਆ ਹੁੰਦਾ ਹੈ। ਜਿਹੜਾ ਰੇਡੀਅਸ ਗੇਜ ਦਾ ਬਲੇਡ ਆ ਉਸ ਦੇ ਉੱਪਰ ਉਸ ਦਾ ਸਾਈਜ਼ ਲਿਖਿਆ ਹੁੰਦਾ, ਜਿਵੇਂ ਇੱਥੇ ਲਿਖਿਆ ਹੋਇਆ 7.5 mm। ਇਹ 75 ਨਹੀਂ ਹੈਗਾ, ਇਹ 7.5 ਤੋਂ 15 mm, 7.5 mm ਐਵੇਂ ਸਾਈਜ਼ ਲਿਖਿਆ ਹੁੰਦਾ ਹੈ। ਅੰਦਰ ਅਤੇ ਬਾਹਰੀ ਰੇਡੀਅਸ ਦੇ ਬਲੇਡਾਂ ਨੂੰ ਮਿਲਾ ਕੇ ਇੱਕ ਹੋਲਡਰ ਦੇ ਦੋਨੇ ਸਿਰਿਆਂ ਉੱਤੇ ਫਿੱਟ ਕੀਤਾ ਹੁੰਦਾ ਹੈ। ਜਿਵੇਂ ਤੁਹਾਨੂੰ ਦੱਸਤਾ, ਇਹ ਅੰਦਰਲੇ ਡਾਏ ਨੂੰ ਮੇਜ਼ਰ ਕਰਨ ਵਾਸਤੇ ਰੇਡੀਅਸ ਨੂੰ, ਇਹ ਬਾਹਰੀ ਨੂੰ ਮੇਜ਼ਰ ਕਰ, ਦੋਨਾਂ ਨੂੰ ਬਲੇਡ ਵਿੱਚ ਫਿੱਟ ਕੀਤਾ ਹੁੰਦਾ ਹੈ। ਇੱਕ ਪਾਸੇ ਅੰਦਰੂਨੀ ਡਾਇਆ ਰੇਡੀਅਸ ਗੇਜ ਹੁੰਦੇ ਨੇ, ਦੂਜੇ ਪਾਸੇ ਆਊਟਰ ਡਾਇਆ ਰੇਡੀਅਸ ਨੂੰ ਮੇਜ਼ਰ ਕਰਨ ਵਾਸਤੇ ਆਊਟਰ ਰੇਡੀਅਸ ਗੇਜ ਦੇ ਜਿਹੜੀਆਂ ਪੱਤੀਆਂ ਉਹ ਹੁੰਦੀਆਂ ਨੇ ਦੂਜੀ ਸਾਈਡ ਤੇ, ਠੀਕ ਹੈ। ਇਹ ਦੇਖੋ ਸਾਈਜ਼ ਲਿਖਿਆ ਹੋਇਆ, ਜਿਹੜੇ ਆਊਟਰ ਵਾਲਾ 12.5 mm ਦਾ ਤੇ ਇਨਰ ਵਾਲਾ ਅੰਦਰੂਨੀ ਡਾਇਆ ਮੇਜ਼ਰ ਕਰਨਾ। ਕਿਵੇਂ ਮੇਜ਼ਰ ਕਰਦੇ ਆ ਉਹ ਵੀ ਤੁਹਾਨੂੰ ਮੈਂ ਦੱਸਦਾ, ਠੀਕ ਹੈ। ਇਹ ਐਕਸਟਰਨਲ ਡਾਇਆ ਵਾਸਤੇ 12.5 mm ਸਾਈਜ਼ ਹੈ। ਇਹ ਹੈਗਾ ਜਿਹੜਾ ਰੇਡੀਅਸ ਗੇਜ ਉਹ 7.5 mm ਤੋਂ ਲੈ ਕੇ 15 mm ਤੱਕ ਦਾ। ਇਹ ਤਰੀਕਾ ਹੈ ਮੇਜ਼ਰ ਕਰਨ ਦਾ। ਇਹ ਦੇਖੋ ਇਹ ਆਊਟਰ ਰੇਡੀਅਸ ਆ, ਬਾਹਰ ਨੂੰ ਗਲਾਈ ਹੈਗੀ, ਤਾਂ ਆਪਾਂ ਆਹ ਵਾਲੀਆਂ ਪੱਤੀਆਂ ਜਿਹੜੀਆਂ ਹੈਗੀਆਂ ਉਹ ਵਰਤ ਰਹੇ। ਇੱਥੇ ਬਿਲਕੁਲ ਸਹੀ ਫਿੱਟ ਹੋ ਗਿਆ, ਠੀਕ ਹੈ। ਤਾਂ 4 mm ਉੱਤੇ 4 ਨੰਬਰ ਆ ਗਿਆ, ਤਾਂ ਕਿੰਨਾ ਰੇਡੀਅਸ ਕਿੰਨਾ ਇਹ 4 mm। ਇਹ ਦੇਖੋ ਅੰਦਰੂਨੀ ਹੈਗਾ, ਤਾਂ ਇੱਥੇ ਆਪਾਂ ਇਹ ਵਾਲੀਆਂ ਪੱਤੀਆਂ ਵਰਤ ਰਹੇ ਹਾਂ, ਠੀਕ ਹੈ। ਇਹ ਵੀ ਸਪੋਜ਼ 4 mm ਦਾ ਸਾਈਜ਼ ਸੀਗਾ, ਤੇ ਇੱਥੋਂ 4 mm ਆ ਗਿਆ। ਹੁਣ ਇਹ ਇੱਕ ਤਰੀਕਾ ਗਾ ਬਾਹਰੀ ਡਾਇਮੰਡ ਦਾ, ਆਪਾਂ ਇਹ ਵਾਲੀ ਪੱਤੀ ਜਿਹੜੀ ਹੈਗੀ ਆ ਉਹ ਵਰਤ ਰਹੇ ਹਾਂ। ਤਾਂ ਇੱਥੋਂ ਲਾਈਟ ਆ ਰਹੀ ਹੈ, ਤਾਂ ਇਹਦਾ ਮਤਲਬ ਸਹੀ ਸਾਈਜ਼ ਨਹੀਂ ਹੈਗਾ। ਇੱਥੇ ਬਿਲਕੁਲ ਲਾਈਟ ਨਹੀਂ ਆ ਰਹੀ, ਪ੍ਰੋਪਰ ਫਿੱਟ ਹੋ ਗਿਆ। ਤਾਂ 3 ਸਾਈਜ਼ ਕਿੰਨਾ ਲਿਖਿਆ ਹੋਇਆ 3 ਨੰਬਰ। ਤਾਂ ਇਹ ਕੀ ਹੈ, ਇਹਨਾਂ ਜਿਹੜਾ ਰੇਡੀਅਸ ਹੈ ਕਿੰਨਾ ਗਾ 3 mm ਦਾ ਜਿਹੜਾ ਰੇਡੀਅਸ ਹੈਗਾ, ਡਾਇਮੀਟਰ ਨਹੀਂ ਹੈਗਾ, ਰੇਡੀਅਸ ਹੈ 3 mm ਦਾ। ਇਹ ਚੀਜ਼ ਇਸ ਤਰ੍ਹਾਂ ਤੁਸੀਂ ਜਿਹੜਾ ਹੈਗਾ ਉਹ ਰੇਡੀਅਸ ਗੇਜ ਨਾਲ ਚੈੱਕ ਕਰ ਸਕਦੇ ਹੋ। ਉਸ ਤੋਂ ਬਾਅਦ ਆ ਜਾਂਦਾ ਫਿਲਰ ਗੇਜ। ਫਿਲਰ ਗੇਜ ਕੀ ਹੈ? ਇਹ ਟੈਂਪਰ ਇਸਪਾਤ ਦੇ ਬਣੇ ਪਿੰਨ ਮੋਟਾਈ ਦੇ ਕਈ ਬਲੇਡਾਂ ਦਾ ਸੈੱਟ ਹੁੰਦਾ ਹੈ। ਇਹ ਇਸਪਾਤ ਦੇ ਬਕਸੇ ਵਿੱਚ ਲੱਗੇ ਹੁੰਦੇ ਹਨ ਅਤੇ ਕਠੋਰ ਹੁੰਦੇ ਹਨ। ਇਸ ਦੇ ਹਰ ਬਲੇਡ ਦੀ ਮੋਟਾਈ ਉਹਨਾਂ ਉੱਤੇ ਨਿਸ਼ਚਿਤ ਕੀਤੀ ਜਾਂਦੀ ਹੈ। ਮਟੀਰੀਅਲ ਕਿਹੜਾ ਹੁੰਦਾ? ਟੈਂਪਰ ਟੂਲ ਸਟੀਲ ਜਾਂ ਸਟੇਨਲੈਸ ਸਟੀਲ। ਇਹ ਮਟੀਰੀਅਲ ਇਹਨਾਂ 'ਚ ਬਣਾਉਣ ਵਾਸਤੇ ਵਰਤਿਆ ਜਾਂਦਾ ਹੈ। ਹੁਣ ਤੁਹਾਨੂੰ ਦਿਖਾਉਣਾ ਫਿਲਰ ਗੇਜ। ਇੱਦਾਂ ਦਾ ਜਿਹੜਾ ਫਿਲਰ ਗੇਜ ਹੁੰਦਾ, ਠੀਕ ਹੈ। ਬਹੁਤ ਸਾਰੀਆਂ ਪੱਤੀਆਂ ਹੁੰਦੀਆਂ ਨੇ, ਹਰੇਕ ਪੱਤੀ ਉੱਪਰ ਅਲੱਗ-ਅਲੱਗ ਸਾਈਜ਼ ਲਿਖਿਆ ਹੁੰਦਾ। ਦੇਖੋ ਜਿਵੇਂ ਇਸ ਤਰ੍ਹਾਂ ਇਹ 0.30 mm ਦੀ, 0.20 mm ਦੀ, 0.15 mm ਦੀ, 0.10 mm ਦੀ, ਇਸ ਤਰ੍ਹਾਂ ਸਾਈਜ਼ ਲਿਖਿਆ ਹੁੰਦਾ। ਇਹਨਾਂ ਨੂੰ ਲੀਫ ਕਹਿੰਦੇ ਪੱਤੀਆਂ ਨੂੰ, ਠੀਕ ਹੈ।
ਇਹ ਸੈੱਟ ਸਕਰੂ ਹੁੰਦਾ, ਜੇਕਰ ਬੱਤੀ ਅੰਦਰ ਪਾ ਕੇ ਆਪਾਂ ਟਾਈਟ ਕਰ ਦਾਂਗੇ ਤਾਂ ਇਹ ਬਾਹਰ ਨਹੀਂ ਨਿਕਲਦੀਆਂ। ਠੀਕ ਹੈ, ਤਾਂ ਇਹ ਸਟੋਰੇਜ ਕੇਸ ਆ ਜਿਹਦੇ ਵਿੱਚ ਇਹ ਸਾਰੀਆਂ ਬੱਤੀਆਂ ਨੇ, ਸਾਰੀਆਂ ਲੀਵਸ ਨੇ, ਉਹ ਕਲੈਕਟ ਹੋ ਜਾਂਦੀਆਂ ਨੇ। ਜਿੱਦਾਂ ਕਿ ਆਪਾਂ ਇੱਥੇ ਪੜ੍ਹਿਆ, ਇਹ ਸਪਾਤ ਦੇ ਬਾਕਸ ਵਿੱਚ ਲੱਗੇ ਹੁੰਦੇ ਹਨ ਅਤੇ ਕਠੋਰ ਹੁੰਦੇ ਹਨ। ਇਹ ਸਪਾਤ ਵਾਲਾ ਬਾਕਸ ਆ ਸਟੋਰੇਜ ਕੇਸ। ਇਹ ਤੁਹਾਡਾ ਹੈਗਾ ਜੀ ਫਿਲਰ ਗੇਜ। ਇਹ ਹੁਣ ਕੰਮ ਕਿਵੇਂ ਕਰਦਾ ਆਪਾਂ ਇਹਦੇ ਬਾਰੇ ਪੜ੍ਹਦੇ ਹਾਂ। ਇਹ ਉਹਦੇ ਸਾਈਜ਼ ਨੇ ਅਲੱਗ-ਅਲੱਗ। ਫਿਲਰ ਗੇਜ ਦੀ ਵਰਤੋਂ ਕਿੱਥੇ ਹੁੰਦੀ ਹੈ? ਸੈਟਿੰਗ ਬਲੌਕ ਅਤੇ ਮਸ਼ੀਨਿੰਗ ਕਰਨ ਵਾਲੇ ਕਟਿੰਗ ਔਜ਼ਾਰ ਦੇ ਵਿੱਚ ਅੰਤਰ ਸੈੱਟ ਕਰਨ ਦੇ ਲਈ। ਮਤਲਬ ਦੋ ਕੋਈ ਕਟਿੰਗ ਔਜ਼ਾਰ ਹੈਗਾ ਤਾਂ ਉਹਨੂੰ ਆਪਾਂ ਸੈੱਟ ਕਰਨਾ ਵੀ ਜਿਹੜਾ ਮਟੀਰੀਅਲ ਕੱਟਣਾ ਉਦੋਂ ਕਿੰਨਾ ਗੈਪ ਰੱਖਣਾ, ਤਾਂ ਉਹ ਗੈਪ ਆਪਾਂ ਕਾਹਦੇ ਨਾਲ ਮਿਣ ਸਕਦੇ ਹਾਂ? ਫਿਲਰ ਗੇਜ ਦੇ ਨਾਲ। ਦੂਸਰਾ, ਸਪਾਰਕ ਪਲੱਗ ਦੇ ਅੰਤਰ ਜਾਂ ਇੰਜਨ ਦੇ ਟੈਪਟ ਦੇ ਅੰਦਰ ਦੀ ਜਾਂਚ ਕਰਨ ਵਾਲੇ ਆਪਾਂ ਉੱਥੇ ਦੀ ਵਰਤੋਂ ਕਰ ਸਕਦੇ ਹਾਂ। ਇੰਜਨ ਟੈਪਟ ਤੁਸੀਂ ਨਹੀਂ ਦੇਖੀਆਂ ਹੋਣੀਆਂ, ਪਰ ਸਪਾਰਕ ਪਲੱਗ ਇਸ ਨੂੰ ਮੈਂ ਦਿਖਾ ਦੇਣਾ। ਇਹ ਦੇਖੋ, ਜਿਹੜਾ ਸਪਾਰਕ ਪਲੱਗ ਤੁਸੀਂ ਲਗਭਗ ਸਾਰਿਆਂ ਨੇ ਦੇਖਿਆ ਹੋਣਾ ਬੱਚਿਆਂ ਨੇ, ਜੇਕਰ ਸਕੂਟਰ ਦੀ ਸਰਵਿਸ ਕਰਾਈ ਹੋਗੀ ਜਾਂ ਮੋਟਰਸਾਈਕਲ ਦੀ। ਤਾਂ ਜਿਹੜਾ ਸਪਾਰਕ ਪਲੱਗ ਦਾ ਗੈਪ ਆ ਉਹ ਆਪਾਂ ਮੰਨ ਲਓ 2 mm ਰੱਖਣਾ, ਤਾਂ ਆਪਾਂ ਫਿਲਰ ਗੇਜ ਨਾਲ ਆਪਾਂ ਚੈੱਕ ਕਰ ਸਕਦੇ ਹਾਂ 2 mm ਹੈਗਾ ਜਾਂ ਨਹੀਂ ਹੈਗਾ। ਅੰਦਾਜ਼ੇ ਨਾਲ ਨਹੀਂ, ਤਾਂ ਉਹ ਆਪਾਂ ਫਿਲਰ ਗੇਜ, ਜਿਵੇਂ ਇੱਥੇ 2 mm ਦਾ ਫਿਲਰ ਗੇਜ ਆਪਾਂ ਪਾਇਆ ਵੀ ਹਾਂ ਸਾਈਜ਼ ਸਹੀ ਹੈ, ਤਾਂ ਆਪਾਂ ਉਹ ਅੰਤਰਾਲ ਚੈੱਕ ਕਰ ਸਕਦੇ ਹਾਂ। ਦੂਸਰਾ ਦੇਖੋ, ਇੱਥੇ ਉਹ ਕੀ ਚੈੱਕ ਕਰ ਰਿਹਾ ਹੈਗਾ, 2 ਸਲਾਈਡਿੰਗ ਪਾਰਟ ਨੇ, ਇੱਕ ਇਹ ਵਾਲਾ ਤੇ ਦੂਸਰਾ ਇਹ ਵਾਲਾ, ਉਹਨਾਂ 'ਚ ਗੈਪ ਚੈੱਕ ਕਰਨਾ ਵੀ ਕਿੰਨਾ ਗਾ, ਤਾਂ ਉਹ ਆਪਾਂ ਫਿਲਰ ਗੇਜ ਨਾਲ ਆਪਾਂ ਚੈੱਕ ਕਰ ਸਕਦੇ ਹਾਂ। ਆਪਸ ਵਿੱਚ ਮਿਲਣ ਵਾਲੇ ਪੁਰਜਿਆਂ ਦੇ ਵਿੱਚ ਵੀ ਅੰਤਰ ਨੂੰ ਜਾਣਨ ਦੇ ਲਈ ਆਪਾਂ ਫਿਲਰ ਗੇਜ, ਜਿਹੜੇ ਇੱਥੇ ਆਪਸ ਵਿੱਚ ਪੁਰਜੇ ਮਿਲ ਰਹੇ ਨੇ 2 ਪਾਰਟ, ਇਹਨਾਂ ਦੇ ਗੈਪ ਵੀ ਆਪਾਂ ਫਿਲਰ ਗੇਜ ਦੀ ਮਦਦ ਨਾਲ ਚੈੱਕ ਕਰ ਸਕਦੇ ਹਾਂ। ਉਸ ਤੋਂ ਬਾਅਦ ਆ ਜਾਂਦਾ ਹੋਲ ਗੇਜਿਸ। ਹੋਲ ਗੇਜਿਸ ਕੀ ਹੁੰਦੇ ਨੇ? 2 ਤਰ੍ਹਾਂ ਦੇ ਹੋਲ ਗੇਜਿਸ ਆਉਂਦੇ ਨੇ, ਇੱਕ ਟੈਲੀਸਕੋਪ ਗੇਜ ਤੇ ਇੱਕ ਸਮਾਲ ਹੋਲ ਗੇਜ। ਸਭ ਤੋਂ ਪਹਿਲਾਂ ਗੱਲ ਕਰਦੇ ਆਪਾਂ ਟੈਲੀਸਕੋਪ ਗੇਜ ਦੀ। ਮਹੀਨ ਕੰਮਾਂ ਵਿੱਚ ਇਹ ਛਿੱਦਰ ਮਤਲਬ ਛੇਦ, ਸਾਂਚੇ ਜਾਂ ਅੰਤਰਿਕ ਸਾਂਚੇ ਨੂੰ ਮਾਪਣ ਦੇ ਲਈ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ। ਮੰਨ ਲਓ ਤੁਸੀਂ ਕੋਈ ਹੋਲ ਹੈ ਜਾਂ ਬੋਰ ਕੀਤਾ ਹੋਇਆ ਗਲਾਈ ਦੇ ਵਿੱਚ ਕੋਈ ਵੀ ਚੀਜ਼ ਹੈ, ਹੋਲ ਦੇ ਟਾਈਪ ਜਿਸ ਤਰ੍ਹਾਂ ਹੋਲ ਹੁੰਦੀ ਹੈ, ਉਸ ਦਾ ਡਾਇਆ ਮਿਲਣਾਗਾ। ਜਿੱਥੇ ਆਪਾਂ ਕਿ ਮਾਈਕਰੋਮੀਟਰ ਜਾਂ ਵਰਨੀਅਰ ਕੈਲੀਪਰ ਨਹੀਂ ਜਾ ਸਕਦਾ, ਠੀਕ ਹੈ, ਜਾਂ ਬਹੁਤ ਡੂੰਘਾ ਗਾ, ਤਾਂ ਉੱਥੇ ਆਪਾਂ ਕੀ ਕਰ ਸਕਦੇ ਹਾਂ? ਟੈਲੀਸਕੋਪ ਗੇਜ ਦੀ ਵਰਤੋਂ ਕਰਦੇ ਹਾਂ। ਟੈਲੀਸਕੋਪ ਗੇਜ ਦੇ ਪਹਿਲਾਂ ਇਸ ਤਰ੍ਹਾਂ ਦਾ ਹੁੰਦਾ, ਇਸੇ ਪਾਰਟ ਦੇਖ ਲਓ। ਇਹ 2 ਟੈਲੀਸਕੋਪ ਰੋਡਸ ਹੁੰਦੀਆਂ ਨੇ ਦੋਨੇ, ਇਹਦੇ ਵਿੱਚ ਇੰਟਰਨਲ ਸਪਰਿੰਗ ਲੱਗਿਆ ਹੁੰਦਾ ਇੱਕ, ਇਹ ਹੈਂਡਲ ਹੁੰਦਾ ਤੇ ਲੌਕਿੰਗ ਸਕਰੂ ਹੁੰਦਾ। ਟੈਲੀਸਕੋਪ ਗੇਜ ਤਾਂ ਕਹਿੰਦੇ ਨੇ ਜਦੋਂ ਆਪਾਂ ਇਹ ਨਟ ਨੂੰ ਲੂਜ਼ ਕਰਦੇ ਹਾਂ ਤਾਂ ਇਹ ਦੋਨੇ ਟੈਲੀਸਕੋਪ ਗੇਜ ਬਾਹਰ ਨੂੰ ਸਪਰਿੰਗ ਜਿਹੜਾ ਹੁੰਦਾ ਇਹਨਾਂ ਨੂੰ ਬਾਹਰ ਨੂੰ ਧੱਕ ਦਿੰਦਾ। ਤਾਂ ਟੈਲੀਸਕੋਪ ਜਿਵੇਂ ਹੁੰਦਾ, ਤੁਸੀਂ ਦੂਰ ਦੇਖਣ ਵਾਲਾ ਆਪਾਂ ਚੰਦ ਵਗੈਰਾ ਨੂੰ ਦੇਖਦੇ ਹਾਂ ਟੈਲੀਸਕੋਪ ਨਾਲ, ਉਹ ਬਾਹਰ ਨੂੰ ਨਿਕਲਦਾ ਗਾ, ਉਸ ਤਰ੍ਹਾਂ ਇਹ ਦੂਰਬੀਨ ਵਾਂਗੂ ਬਾਹਰ ਨੂੰ ਨਿਕਲਦਾ ਗਾ, ਇਸ ਕਰਕੇ ਇਹਨੂੰ ਟੈਲੀਸਕੋਪ ਗੇਜ ਕਹਿੰਦੇ ਆ। ਇਹਦੀ ਤੁਹਾਨੂੰ ਮੈਂ ਇੱਕ ਵੀਡੀਓ ਵੀ ਦਿਖਾਉਣਾ ਵੀ ਕਿਸ ਤਰ੍ਹਾਂ ਇਹ ਕੰਮ ਕਰਦਾ ਗਾ, ਕਿਵੇਂ ਇਹ ਟੈਲੀਸਕੋਪ ਰੋਡ ਦੇ ਜਿਹੜੀਆਂ ਉਹ ਬਾਹਰ ਨੂੰ ਨਿਕਲਦੀਆਂ ਨੇ। ਪਹਿਲਾਂ ਆਪਾਂ ਇਹਦੀ ਬਣਾਵਟ ਬਾਰੇ ਸਮਝ ਲਈਏ। ਇਹ ਟੀ ਆਕਾਰ ਦਾ ਹੁੰਦਾ ਹੈ, ਤੁਸੀਂ ਦੇਖਿਆ ਹੀ ਹੈ, ਇਹ ਟੀ ਆਕਾਰ ਦਾ ਹੁੰਦਾ ਹੈ। ਇਸ ਵਿੱਚ 2 ਟੈਲੀਸਕੋਪ ਪਲੰਜਰ ਹੁੰਦੇ ਹਨ। ਇਹ ਵਾਲੇ 2 ਕੀ ਨੇ? ਟੈਲੀਸਕੋਪ ਪਲੰਜਰ ਨੇ। ਇਹ ਪਲੰਜਰ ਹੈਂਡਲ ਨਾਲ ਜੁੜੇ ਹੁੰਦੇ ਹਨ। ਪਲੰਜਰ ਇਹ ਇਸ ਹੈਂਡਲ ਨਾਲ ਜੁੜੇ ਹੁੰਦੇ ਹਨ, ਸੰਪਰਕ ਹੁੰਦਾ ਸਿੱਧਾ ਲੌਕਿੰਗ ਸਕਰੂ ਨਾਲ ਜੁੜੇ ਹੁੰਦੇ ਹਨ। ਇਸ ਵਿੱਚ ਇੱਕ ਸਪਰਿੰਗ ਹੁੰਦਾ ਹੈ ਤਾਂ ਕਿ ਇਸ ਨੂੰ ਅਲੱਗ ਰੱਖਿਆ ਜਾ ਸਕੇ। ਕਿਸੇ ਛਿੱਦਰ ਵਿੱਚ ਪ੍ਰਵੇਸ਼ ਕਰਕੇ ਨਰਲਿੰਗ ਕੀਤੇ ਹੋਏ ਹੈਂਡਲ ਨੂੰ ਘੁਮਾ ਕੇ ਨਿਸ਼ਚਿਤ ਸਥਿਤੀ ਉੱਤੇ ਲੌਕ ਕਰ ਦਿੱਤਾ ਜਾਂਦਾ ਹੈ ਅਤੇ ਬਾਅਦ ਵਿੱਚ ਇਸ ਮਾਈਕਰੋਮੀਟਰ ਦੁਆਰਾ ਮਾਪਿਆ ਜਾਂਦਾ ਹੈ। ਟੈਲੀਸਕੋਪ ਗੇਜ 6 ਸੰਖਿਆ ਦੇ ਸੈੱਟ ਵਿੱਚ, ਇੱਥੇ ਮੈਂ ਲਿਖਣਾ ਰਹਿ ਗਿਆ, 8 mm ਤੋਂ 150 mm ਤੱਕ ਦੇ ਛਿੱਦਰ ਨੂੰ ਮਾਪਣ ਲਈ ਉਪਲਬਧ ਹੁੰਦੇ ਹਨ। ਤਾਂ ਯਾਦ ਰੱਖਣਾ, ਇੱਕ ਤਾਂ 6 ਦਾ ਸੈੱਟ ਹੁੰਦਾ, ਦੂਸਰਾ ਇੱਥੇ ਲਿਖਣਾ ਰਹਿ ਗਿਆ ਸੀਗਾ 8 mm ਤੋਂ 150 mm ਤੱਕ ਆਪਾਂ ਦੀ ਹੋਲ ਹੈ ਜਿਹੜੀ ਉਹ ਆਪਾਂ ਟੈਲੀਸਕੋਪ ਗੇਜ ਨਾਲ ਮਿਲ ਸਕਦੇ ਹਾਂ। ਇੱਕ ਗੱਲ ਦਾ ਧਿਆਨ ਰੱਖਿਓ, ਟੈਲੀਸਕੋਪ ਗੇਜ ਡਾਇਰੈਕਟ ਨਹੀਂ ਮਿਲਦਾ। ਪਹਿਲਾਂ ਆਪਾਂ ਟੈਲੀਸਕੋਪ ਗੇਜ ਨਾਲ ਹੋਲ ਮਿਲਦੇ ਹਾਂ, ਫਿਰ ਆਪਾਂ ਟੈਲੀਸਕੋਪ ਗੇਜ ਨੂੰ ਮਾਈਕਰੋਮੀਟਰ ਦੀ ਮਦਦ ਨਾਲ ਉਹਦਾ ਸਾਈ ਮਿਲਦੇ ਆ ਵੀ ਕਿੰਨਾ ਹੋਲ ਦਾ ਸਾਈ ਆ। ਇਹ ਤੁਹਾਡੇ ਟੈਲੀਸਕੋਪ ਗੇਜ ਨੇ। ਇਹ 8 ਤੋਂ 12.7 mm ਦਾ ਇੱਕ, ਦੂਸਰਾ 12.7 ਤੋਂ 19 mm ਦਾ, ਤੀਸਰਾ 19 mm ਤੋਂ 32 mm ਦਾ, ਚੌਥਾ 32 mm ਤੋਂ 54 mm ਦਾ, ਫਿਰ 54 ਤੋਂ 90 mm, ਫਿਰ 90 ਤੋਂ 150 mm। 6 ਸੈੱਟ ਹੋ ਗਏ, 1 2 3 4 5 6 6 ਸੈੱਟ ਦੇ ਵਿੱਚ ਆਉਂਦੇ ਨੇ। ਜਿਹੜੀ ਗੱਲ ਯਾਦ ਰੱਖਣੀ ਹੈ, ਤੇ 8 mm ਤੋਂ 150 mm ਤੱਕ ਇਹ ਮੇਜ਼ਰ ਕਰ ਸਕਦਾ।
ਹੁਣ ਤੁਹਾਨੂੰ ਮੈਂ ਇੱਕ ਵੀਡੀਓ ਦਿਖਾਉਣਾ ਵੀ ਕਿਸ ਤਰ੍ਹਾਂ ਦਾ ਟੈਲੀਸਕੋਪ ਗੇਜ ਆ ਉਹ ਪਲੰਜਰ ਬਾਹਰ ਨਿਕਲਦੇ ਆ, ਕਿਸ ਤਰ੍ਹਾਂ ਉਹ ਕੰਮ ਕਰਦੇ। ਹੁਣ ਆਪਾਂ ਗੱਲ ਕਰਦੇ ਹਾਂ ਵੀ ਕਿਸ ਤਰ੍ਹਾਂ ਜਿਹੜਾ ਇਹ ਟੈਲੀਸਕੋਪ ਗੇਜ ਆ ਉਹ ਕੰਮ ਕਰਦਾ। ਸਭ ਤੋਂ ਪਹਿਲਾਂ ਕੀ ਕਰਨਾ ਆਪਾਂ ਨੇ, ਇਹ ਲਾਟਾ ਜਿਹੜਾ ਇਹ ਲੂਜ਼ ਕੀਤਾ। ਦੇਖੋ ਹੁਣ ਪਲੰਜਰ ਕੀ ਨੇ, ਉਹ ਅੰਦਰ ਬਾਹਰ ਮੂਵ ਕਰ ਰਹੇ ਨੇ। ਠੀਕ ਹੈ, ਦੇਖ ਰਹੇ ਤੁਸੀਂ ਅੰਦਰ ਬਾਹਰ ਪਲੰਜਰ ਆ ਮੂਵ ਇਸ ਤਰ੍ਹਾਂ। ਜਦੋਂ ਇਹ ਨਟ ਨੂੰ ਆਪਾਂ ਲੌਕ ਕਰ ਦਾਂਗੇ, ਦੇਖੋ ਇਹ ਨਟ ਆਪਾਂ ਟਾਈਟ ਕਰਤਾ ਤਾਂ ਪਲੰਜਰ ਉੱਥੇ ਹੀ ਖੜ ਗਏ, ਬਾਹਰ ਨਹੀਂ ਮੂਵ ਕੀਤੇ। ਇਸ ਤਰ੍ਹਾਂ ਇਹ ਨਟ ਨੂੰ ਲੂਜ਼ ਕਰਕੇ ਆਪਾਂ ਪਲੰਜਰਾਂ ਨੂੰ ਚੂਜ਼ ਕਰ ਸਕਦੇ ਹਾਂ। ਇਹ ਜਿਹੜੇ ਪਲੰਜਰ ਨੇ ਡਾਇਰੈਕਟ ਇਹ ਨਟ ਦੇ ਨਾਲ ਜੁੜੇ ਹੋਏ ਨੇ। ਜਿੱਥੇ ਹੀ ਆਪਾਂ ਨਟ ਨੌਕ ਕਰ ਦਾਂਗੇ ਉੱਥੇ ਜਿਹੜੇ ਆਪਣੇ ਪਲੰਜਰ ਨੇ ਦੋਵੇਂ ਉੱਥੇ ਹੀ ਰੁਕ ਜਾਣਗੇ। ਤਾਂ ਹੁਣ ਆਪਾਂ ਚੈੱਕ ਕਰਦੇ ਹਾਂ ਵੀ ਇਹ ਹੋਲ ਹੈ ਜਿਸ ਤਰ੍ਹਾਂ, ਇਸ ਨੂੰ ਆਪਾਂ ਕਿਵੇਂ ਮਿਲਣਾ। ਸਭ ਤੋਂ ਪਹਿਲਾਂ ਆਪਾਂ ਪਲੰਜਰ ਨੂੰ ਅੰਦਰ ਕਰਕੇ ਨਟ ਨੂੰ ਟਾਈਟ ਕਰ ਦੇਵਾਂਗੇ। ਠੀਕ ਹੈ, ਇਹ ਨਟ ਆਪਾਂ ਟਾਈਟ ਕਰਤਾ ਤੇ ਪਲੰਜਰ ਅੰਦਰ ਚਲੇ ਗਏ। ਹੁਣ ਆਪਾਂ ਇਸ ਨੂੰ ਹੋਲ ਦੇ ਵਿੱਚ ਲਿਆ ਕੇ, ਜੇ ਡੂੰਗੀ ਹੋਲ ਹੁੰਦੀ ਹੋਰ ਨੀਚੇ ਚਲੇ ਜਾਂਦਾ ਤਾਂ ਪਲੰਜਰ ਨੂੰ ਆਪਾਂ ਨਾਟਾ ਜਿਹੜਾ ਇਹ ਵਾਲਾ ਲੂਜ਼ ਕਰ ਦੇਵਾਂਗੇ। ਇਹ ਦੇਖੋ ਤੁਸੀਂ ਪਲੰਜਰ ਬਾਹਰ ਆ ਕੇ। ਠੀਕ ਹੈ, ਉਸ ਤੋਂ ਬਾਅਦ ਪਹਿਲਾਂ ਆਪਾਂ ਇਹਨੂੰ ਪੂਰਾ ਪਲੰਜਰਾਂ ਨੂੰ ਘੁਮਾ ਕੇ ਵਿੱਚ ਦੇਖਾਂਗੇ ਵੀ ਇਹ ਸਹੀ ਆ। ਫਿਰ ਉਸ ਤੋਂ ਬਾਅਦ ਆਪਾਂ ਜਿਹੜਾ ਨਾਟਾ ਉਹ ਟਾਈਟ ਕਰ ਦਾਂਗੇ। ਹੁਣ ਆਪਾਂ ਇੱਥੇ ਕੀਤਾ ਇਹ ਨਾਟਾ ਜਿਹੜਾ ਪਹਿਲਾਂ ਆਪਾਂ ਘੁਮਾ ਕੇ ਦੇਖ ਰਹੇ ਹਾਂ ਵੀ ਸਾਰਾ ਡਾਇਆ, ਤਾਂ ਜੋ ਆਪਾਂ ਸਹੀ ਡਾਇਆ ਮਿਲ ਸਕੀਏ। ਫਿਰ ਆਪਾਂ ਜਿਹੜਾ ਨਾਟਾ ਉਹ ਟਾਈਟ ਕਰਤਾ। ਨਟ ਟਾਈਟ ਕਰਨ ਤੋਂ ਬਾਅਦ ਜਿਹੜੇ ਪਲੰਜਰ ਨੇ ਉਹ ਤੁਹਾਡੇ ਲੌਕ ਹੋ ਗਏ। ਜਦੋਂ ਪਲੰਜਰ ਤੁਹਾਡੇ ਲੌਕ ਹੋ ਗਏ ਉਸ ਤੋਂ ਬਾਅਦ ਆਪਾਂ ਇਹਨੂੰ ਇੱਧਰ ਉੱਧਰ ਥੋੜਾ ਚੈੱਕ ਕਰਕੇ ਵੀ ਬਿਲਕੁਲ ਸਹੀ ਹੈ ਤਾਂ ਆਪਾਂ ਇਸ ਨੂੰ ਬਾਹਰ ਕੱਢ ਲਵਾਂਗੇ। ਬਾਹਰ ਕੱਢਣ ਤੋਂ ਬਾਅਦ ਤੁਸੀਂ ਚੈੱਕ ਕਰ ਰਹੇ ਹੋ ਵੀ ਇਹ ਪਲੰਜਰ ਨੇ ਲੌਕ ਹੋ ਗਏ, ਤਾਂ ਮਾਈਕਰੋਮੀਟਰ ਦੀ ਮਦਦ ਨਾਲ ਆਪਾਂ ਇਸ ਦਾ ਜਿਹੜਾ ਡਾਇਆ ਉਹ ਮਿਣ ਸਕਦੇ ਹਾਂ। ਇੱਥੇ ਆਪਾਂ ਮਾਈਕਰੋਮੀਟਰ ਨਾਲ ਇਸ ਦਾ ਰੀਡਿੰਗ ਲੈ ਲਾਂਗੇ। ਜਦੋਂ ਮਾਈਕਰੋਮੀਟਰ ਨਾਲ ਲੱਗ ਜੂ ਤੇ ਆਪਾਂ ਉਸ ਦੀ ਰੀਡਿੰਗ ਮਾਈਕਰੋਮੀਟਰ ਨਾਲ ਲੈ ਲਾਂਗੇ ਵੀ ਕਿੰਨੀ ਰੀਡਿੰਗ ਹੈ ਜਿਹੜੀ ਉਹ ਮਾਈਕਰੋਮੀਟਰ ਦੇ ਉੱਪਰ ਆਈ ਹੈ। ਇਹ ਸੀ ਆਪਣਾ ਟੈਲੀਸਕੋਪ ਗੇਜ। ਹੁਣ ਆਪਾਂ ਗੱਲ ਕਰਦੇ ਹਾਂ ਸਮਾਲ ਹੋਲ ਗੇਜ ਦੀ। ਟੈਲੀਸਕੋਪ ਗੇਜ ਨੇ ਜਿਹੜੇ ਉਹ 8 mm ਤੋਂ ਲੈ ਕੇ 150 mm ਦਾ ਸਾਈਜ਼ ਮਿਲ ਸਕਦੇ ਨੇ, ਪਰ 9 mm ਤੋਂ ਘੱਟ ਸਾਈਜ਼ ਦੇ ਹੋਲ ਵਿੱਚ ਟੈਲੀਸਕੋਪ ਗੇਜ ਉਪਯੁਕਤ ਨਹੀਂ ਹੈ। ਇਸ ਲਈ ਇਸ ਤੋਂ ਘੱਟ ਸਾਈਜ਼ ਦੇ ਮਾਪ ਲੈਣ ਲਈ ਆਪਾਂ ਨੂੰ ਸਮਾਲ ਹੋਲ ਗੇਜ ਦੀ ਵਰਤੋਂ ਕਰਨੀ ਪੈਂਦੀ ਹੈ। ਅਗਰ ਹੋਲ ਦਾ ਸਾਈਜ਼ 9 mm ਤੋਂ ਘੱਟ ਹੈ, ਠੀਕ ਹੈ, ਤਾਂ ਇਸ ਦੀ ਆਪਾਂ ਸਮਾਲ ਹੋਲ ਗੇਜ ਦੀ ਵਰਤੋਂ ਕਰਦੇ ਹਾਂ। ਤਾਂ ਸਮਾਲ ਹੋਲ ਗੇਜ ਦੀ ਪਹਿਲਾਂ ਆਪਾਂ ਬਣਾਵਟ ਬਾਰੇ ਪੜ੍ਹਦੇ ਹਾਂ ਕੀ ਹੁੰਦਾ। ਇਸ ਨੂੰ ਤੁਹਾਨੂੰ ਇੱਥੇ ਤੁਹਾਨੂੰ ਨਹੀਂ ਸਮਝ ਲੱਗਣਾ, ਅੱਗੇ ਜਾ ਕੇ ਤੁਹਾਨੂੰ ਪੂਰਾ ਕਲੀਅਰ ਹੋਊਗਾ ਵੀ ਕਿਸ ਤਰ੍ਹਾਂ ਹੁੰਦਾ। ਇਸ ਵਿੱਚ ਇੱਕ ਟਿਊਬ ਹੁੰਦੀ ਹੈ, ਇਹ ਵਾਲੀ ਇੱਕ ਟਿਊਬ ਹੁੰਦੀ ਹੈ। ਇਸ ਵਿੱਚ ਇੱਕ ਸਿਰੇ ਦੇ ਦੋਨੇ ਤਰਫ ਛਿੱਦਰ ਹੁੰਦੇ ਹਨ, ਯਾਨੀ ਕਿ ਹੋਲ ਹੁੰਦੇ ਹਨ। ਇਸ ਵਿੱਚ ਇੱਕ ਕਠੋਰ ਕਿਰਤੀ ਗੋਲੀ ਹੁੰਦੀ ਹੈ, ਨੀਚੇ ਇਸ ਦੇ ਇੱਕ ਬਾਲ ਹੁੰਦੀ ਹੈ ਅੰਦਰ। ਇਹ ਆ ਦੇਖੋ ਹਾਫ ਸਪੀਰੀਕਲ ਬਾਲ ਆ, ਸੈਮੀ ਸਪੀਰੀਕਲ ਬਾਲ ਆ। ਸਪੀਰੀਕਲ ਪੂਰੀ ਗੋਲ ਨਹੀਂ ਹੈਗੀ, ਅੱਧੀ ਕੱਟੀ ਹੋਈ ਬਾਲ ਹੈ, ਜਿਸ ਤਰ੍ਹਾਂ ਹੈਮੀਸਪੀਰੀਕਲ ਬਾਲ ਹੈ, ਇਸ ਤਰ੍ਹਾਂ ਦੀ ਹਾਫ ਸਪੀਰੀਕਲ ਬਾਲ ਗੋਲੀ ਹੁੰਦੀ ਹੈ। ਬਾਹਰੀ ਚੂੜੀਆਂ ਟਿਊਬ ਦੇ ਦੂਜੇ ਸਿਰੇ ਉੱਤੇ ਬਣੀਆਂ ਹੁੰਦੀਆਂ ਹਨ। ਇੱਕ ਚੂੜੀਦਾਰ ਥਿੰਬਲ ਚੂੜੀਦਾਰ ਟਿਊਬ ਨਾਲ ਜੁੜੀ ਰਹਿੰਦੀ ਹੈ। ਜਿਹੜੀ ਇਹ ਵਾਲੀ ਥਿੰਬਲ ਆ, ਆਹ ਵਾਲੀ, ਇਹ ਦੇਖੋ ਕੱਟ ਪਾਇਆ ਹੋਇਆ ਇਸ ਦੇ ਵਿੱਚ, ਇੱਥੋਂ ਕਲੀਅਰ ਆ ਵੀ ਇਹ ਕੱਟ ਪਾਇਆ ਹੋਇਆ। ਦੇਖ ਸਕਦੇ ਦੋ ਹਿੱਸਿਆਂ ਵਿੱਚ ਇਹ ਟਿਊਬ ਹੈਗੀ। ਜਿਹੜੀ ਅੰਦਰ ਗੋਲੀ ਹੈਗੀ ਉਹ ਇੱਕ ਸਕਰੂ ਨਾਲ ਜੁੜੀ ਹੋਈ ਹੈ, ਪਲੰਜਰ ਨਾਲ ਜੁੜੀ ਹੋਈ ਹੈ, ਤੇ ਉਹ ਪਲੰਜਰ ਅੱਗੇ ਹੈਂਡਲ ਨਾਲ ਜੁੜਿਆ ਹੋਇਆ। ਜੇ ਆਪਾਂ ਹੈਂਡਲ ਨੂੰ ਟਾਈਟ ਕਰਾਂਗੇ ਤਾਂ ਉਹ ਪਲੰਜਰ ਦੇ ਅੰਦਰ ਇਨਸਰਟ ਹੋਈ ਜਾਊਗਾ ਤੇ ਪਲੰਜਰ ਆਪਣਾ ਉੱਪਰ ਵੱਲ ਨੂੰ ਮੂਵ ਕਰੀ ਜਾਊਗਾ। ਇੱਕ ਟੇਪਰ ਸਿਰੇ ਵਾਲਾ ਅਤੇ ਸਪਰਿੰਗ ਸਿਰੇ ਵਾਲਾ ਸਪਰਿੰਗਦਾਰ ਪਲੰਜਰ ਪਾ ਕੇ ਸਕਰੂਦਾਰ ਥਿੰਬਲ ਨਾਲ ਕੱਸਿਆ ਹੁੰਦਾ ਹੈ। ਇਸ ਵਿੱਚ ਹੈਂਡਲ ਲਗਾਇਆ ਹੁੰਦਾ ਹੈ ਜਿਸ ਨਾਲ ਟਿਊਬ ਵਿੱਚ ਘੜੀ ਦੀ ਸੂਈ ਦੀ ਦਿਸ਼ਾ ਵਿੱਚ ਘੁਮਾਇਆ ਜਾਂਦਾ ਹੈ, ਜਿਸ ਨਾਲ ਪਲੰਜਰ ਬਾਹਰ ਨਿਕਲ ਕੇ ਗੋਲੀ ਨੂੰ ਸਤ੍ਹਾ ਦੇ ਸੰਪਰਕ ਵਿੱਚ ਲਿਆਉਂਦਾ ਹੈ। ਇਹ ਗੇਜ ਅਪਕਰਸ਼ਿਤ ਮਾਪ ਲੈਂਦੇ ਹਨ, ਮਤਲਬ ਇਨਡਾਇਰੈਕਟਲੀ ਲੈਂਦੇ ਹਨ। ਇੱਕ ਗੱਲ ਯਾਦ ਰੱਖਿਓ, 4 ਸੰਖਿਆ ਦੇ ਸੈੱਟ ਵਿੱਚ ਹੁੰਦੇ ਹਨ, 4 ਦੇ ਸੈੱਟ 'ਚ ਹੁੰਦੇ ਨੇ, 1 2 3 4, ਅਤੇ ਛੋਟਾ ਸਾਈਜ਼ 3 mm ਤੋਂ ਲੈ ਕੇ 13 mm ਤੱਕ ਦੇ ਜਿਹੜੇ ਹੋਲ ਦਾ ਸਾਈਜ਼ ਆ ਉਹ ਆਪਾਂ ਇਹਦੇ ਨਾਲ ਮਿਣ ਸਕਦੇ ਹਾਂ। ਇੱਕ ਸੈੱਟ 3 ਤੋਂ 5 mm ਦਾ ਹੁੰਦਾ, ਦੂਜਾ 5 ਤੋਂ 7.5, 7.5 ਤੋਂ 10, 10 ਤੋਂ 13। ਹੁਣ ਆਪਾਂ ਗੱਲ ਕਰਦੇ ਹਾਂ ਇਹ ਵਰਕ ਕਿਵੇਂ ਕਰਦੇ, ਇਹਦੀ ਮੇਨ ਗੱਲ ਆ। ਤਾਂ ਜਿਸ ਤਰ੍ਹਾਂ ਹੁਣ ਬਣਾਵਟ ਦੇਖੀ ਸੀ ਤੁਸੀਂ, ਇਹਨੂੰ ਧਿਆਨ ਨਾਲ ਦੇਖਿਓ ਤਾਂ ਸਮਝ ਲੱਗੂਗੀ। ਇਹ ਉੱਪਰ ਹੈਂਡਲ ਲੱਗਿਆ, ਜਦੋਂ ਆਪਾਂ ਹੈਂਡਲ ਨੂੰ ਟਾਈਟ ਕਰਦੇ ਹਾਂ ਉਹਨੇ ਕੀ ਕਰਨਾ, ਜਿਹੜਾ ਆਹ ਵਿੱਚ ਸਾਨੂੰ ਪਲੰਜਰ ਦਿਖ ਰਿਹਾ
ਜਿਹੜਾ ਕਿ ਗੋਲੀ ਨਾਲ ਅਟੈਚ ਆ, ਹਾਫ ਸਪੀਰੀਕਲ ਗੋਲੀ ਨਾਲ ਅਟੈਚ ਆ। ਜਦੋਂ ਇਹਨੂੰ ਟਾਈਟ ਕਰਾਂਗੇ ਇਹ ਪਲੰਜਰ ਉੱਪਰ ਵੱਲ ਨੂੰ ਮੂਵ ਕਰੂਗਾ। ਜਦੋਂ ਉੱਪਰ ਵੱਲ ਨੂੰ ਮੂਵ ਕਰੂਗਾ ਤਾਂ ਜਿਹੜੀ ਇਹ ਵਾਲੀ ਗੋਲੀ ਹੈ ਇਹ ਵੀ ਉੱਪਰ ਵੱਲ ਨੂੰ ਮੂਵ ਕਰੂਗੀ। ਜਦੋਂ ਇਹ ਉੱਪਰ ਵੱਲ ਨੂੰ ਮੂਵ ਕਰੂਗੀ ਤਾਂ ਕੀ ਹੋਊਗਾ, ਜਿਹੜਾ ਇਹਦਾ ਬਾਹਰੀ ਹਿੱਸਾ ਗਾ ਹਾਫ ਸਪੀਰੀਕਲ ਬਾਲ ਦਾ, ਉਹ ਕੀ ਹੋਊਗਾ, ਓਪਨ ਹੋ ਜਾਊਗਾ। ਦੇਖੋ ਇਹ ਜਿਵੇਂ ਨੀਚੇ ਨੂੰ ਜਾਈ ਜਾਊਗੀ ਇਹ ਓਪਨ ਹੋ ਜਾਊਗਾ, ਤੇ ਜਿੱਥੇ ਜਾ ਕੇ ਹੋਲ ਤੁਹਾਡੀ ਹੋਲ ਦੇ ਡਾਇਮੀਟਰ ਦੇ ਬਰਾਬਰ ਹੋ ਜਾਊਗੀ ਉੱਥੇ ਜਾ ਕੇ ਇਹ ਨੀਚੇ ਜਾਣਾ ਬੰਦ ਹੋ ਜਾਊਗਾ, ਟਾਈਟ ਹੋ ਜਾਊਗਾ। ਤਾਂ ਉੱਥੋਂ ਆਪਾਂ ਇਹਨੂੰ ਘੁਮਾ ਕੇ ਬਾਹਰ ਕੱਢ ਲਾਂਗੇ ਤੇ ਇਸ ਦਾ ਜਿਹੜਾ ਸਾਈਜ਼ ਆ ਉਹ ਆਪਾਂ ਮਿਣ ਸਕਦੇ ਹਾਂ। ਇਹ ਸਮਾਲ ਹੋਲ ਲਈ ਵਰਤਿਆ ਜਾਂਦਾ। ਮੈਨੂੰ ਲੱਗਦਾ ਤੁਹਾਨੂੰ ਕਲੀਅਰ ਹੋ ਗਿਆ ਹੋਣਾ। ਜੇ ਨਹੀਂ ਕਲੀਅਰ ਹੋਇਆ ਦੁਬਾਰਾ ਦੱਸ ਰਿਹਾ ਵੀ ਇਹ ਪਲੰਜਰ ਜਦੋਂ ਆਪਾਂ ਆਹ ਵਾਲਾ ਜਿਹੜਾ ਹੈਂਡਲ ਆ ਇਸ ਨੂੰ, ਇਹ ਇੰਨਾ ਕੁ ਹੈਂਡਲ ਆ, ਇਹਨੂੰ ਟਾਈਟ ਕਰਾਂਗੇ ਤਾਂ ਪਲੰਜਰ ਆਪਣਾ ਉੱਪਰ ਵੱਲ ਨੂੰ ਮੂਵ ਕਰੂਗਾ, ਕਿਉਂਕਿ ਇਹ ਨਟ ਲੱਗਿਆ ਇਸ ਦੇ ਵਿੱਚ ਹੋਲ ਹੈ। ਇਹ ਪਲੰਜਰ ਔਰ ਟਿਊਬ ਦੀ ਤਰ੍ਹਾਂ ਦਾ ਇਹ ਨਟ ਵਿੱਚ ਕੱਸਿਆ ਜਾਊਗਾ, ਪਲੰਜਰ ਨੂੰ ਉੱਪਰ ਵੱਲ ਨੂੰ ਮੂਵ ਕਰੂਗਾ। ਜਦੋਂ ਉੱਪਰ ਵੱਲ ਨੂੰ ਮੂਵ ਕਰੂਗਾ ਜਿਹੜੀ ਹਾਫ ਸਪੀਰੀਕਲ ਬਾਲ ਹੈ ਇਹ ਵੀ ਉੱਪਰ ਵੱਲ ਨੂੰ ਮੂਵ ਕਰੂਗੀ। ਮੂਵ ਕਰਨ ਦੇ ਨਾਲ ਕੀ ਹੋਊਗਾ, ਇਹ ਆ ਬਾਹਰਲਾ ਹਿੱਸਾ ਜਿਹੜਾ ਓਪਨ ਹੋ ਜਾਊਗਾ। ਜਦੋਂ ਓਪਨ ਹੋਈ ਜਾਊਗਾ ਤਾਂ ਇਹਦਾ ਸਾਈਜ਼ ਜਿਹੜਾ ਇਨਕਰੀਜ਼ ਹੋਈ ਜਾਊਗਾ, ਤੇ ਜਦੋਂ ਹੋਲ ਦੇ ਸਾਈਜ਼ ਦੇ ਬਰਾਬਰ ਹੋ ਗਿਆ ਤੇ ਖੁੱਲਣਾ ਬੰਦ ਹੋ ਜਾਊਗਾ, ਤੇ ਉਹਦਾ ਲੌਕ ਜਿਹੜਾ ਆਪਣਾ ਹੈਂਡਲ ਆ ਉਹ ਵੀ ਟਾਈਟ ਹੋ, ਤੁਹਾਨੂੰ ਪਤਾ ਲੱਗ ਜੂ ਵੀ ਹੁਣ ਇਹ ਹੋਲ ਦੇ ਸਾਈਜ਼ ਦੇ ਬਰਾਬਰ ਖੁੱਲ ਗਿਆ। ਤਾਂ ਉੱਤੋਂ ਤੁਸੀਂ ਇਹਨੂੰ ਬਾਹਰ ਕੱਢ ਕੇ ਮਾਈਕਰੋਮੀਟਰ ਦੀ ਮਦਦ ਨਾਲ ਇਸ ਦਾ ਜਿਹੜਾ ਡਾਇਆ ਉਹ ਮਿਣ ਸਕਦੇ ਹੋ। ਸਮਾਲ ਹੋਲ ਗੇ ਧਿਆਨ ਰੱਖਿਓ 3 mm ਤੋਂ ਲੈ ਕੇ 13 mm ਤੱਕ ਦੀ ਹੋਲ ਲਈ ਵਰਤਿਆ ਜਾਂਦਾ ਤੇ 4 ਸੈੱਟ ਦੇ ਵਿੱਚ ਉਪਲਬਧ ਹੁੰਦਾ। ਤਾਂ ਅੱਜ ਦੀ ਵੀਡੀਓ ਵਿੱਚ ਇੰਨੇ ਸੀਗਾ। ਤਾਂ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ।